अस्सलाम वालेकुम डियर स्टूडेंट्स। हाँ जी बेटा जी, थोड़ा विशा समाजिक सिੱਖਿਆ ਦੇ बेटा अर्थ शास्त्र भाग ਦੇ ਵਿੱਚੋਂ ਥੋੜਾ ਫਸਟ ਚੈਪਟਰ ਹੈ ਮੁੱਢਲੀਆਂ ਧਾਰਾਵਾਂ। ਤਾਂ ਇਸ ਦਾ ਬਾਰੇ ਜਿਹੜਾ ਅੱਜ ਆਪਾਂ ਪੜਨ ਜਾ ਰਹੇ ਹਾਂ ਤਾਂ ਇਸ ਦੇ ਵਿੱਚ ਬੇਟਾ ਇਸ ਤੋਂ ਹਾਫ ਜਿਹੜਾ ਥੋੜਾ ਚੈਪਟਰ ਸੀ ਉਹ ਆਪਾਂ ਪਹਿਲਾਂ ਪੜ ਚੁੱਕੇ ਹਾਂ। ਆਪਾਂ ਨੇ ਪੜਿਆ ਸੀ ਬੇਟਾ ਪਹਿਲਾਂ ਰਾਸ਼ਟਰੀ ਆਮਦਨ, ਪ੍ਰਤੀ ਵਿਅਕਤੀ ਆਮਦਨ, ਉਪਭੋਗ, ਬਚਤ, ਨਿਵੇਸ਼, ਛੁਪੀ ਬੇਰੁਜ਼ਗਾਰੀ, ਪੂਰਨ ਰੋਜ਼ਗਾਰ ਬਾਰੇ। ਤਾਂ ਇਸ ਬਾਰੇ ਆਪਾਂ ਬਹੁਤ ਹੀ ਅੱਛੇ ਤਰੀਕੇ ਨਾਲ ਡਿਟੇਲ 'ਚ ਪਹਿਲਾਂ ਇਹ ਸਾਰੀਆਂ ਚੀਜ਼ਾਂ ਪੜ ਚੁੱਕੇ ਹਾਂ ਤੇ ਇਹਨਾਂ ਨੂੰ ਅੱਛੇ ਤਰੀਕੇ ਨਾਲ ਸਮਝ ਵੀ ਚੁੱਕੇ ਹਾਂ। ਤੇ ਅੱਜ ਆਪਾਂ ਨੇ ਬੇਟਾ ਪੜ੍ਹਨਾ ਹੈ ਬਜਟ। ਤਾਂ ਬੇਟਾ ਸਰਕਾਰੀ ਬਜਟ ਤਾਂ ਇਹ ਕੀ ਹੁੰਦਾ ਹੈ ਕਿ ਸਰਕਾਰ ਹਰ ਸਾਲ ਆਪਣੀ ਪ੍ਰਸਤਾਵਿਤ ਆਮਦਨ ਅਤੇ ਖਰਚ ਦਾ ਬਿਊਰਾ ਜਿਹੜਾ ਉਹ ਤਿਆਰ ਕਰਦੀ ਹੈ। ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ? ਸਰਕਾਰੀ ਬਜਟ ਕਿਹਾ ਜਾਂਦਾ ਹੈ। ਠੀਕ ਹੈ ਬੇਟਾ, ਯਾਨੀ ਕਿ ਆਮਦਨ ਤੇ ਖਰਚ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਕਿੰਨੀ ਆਮਦਨ ਹੋਣੀ ਹੈ ਤੇ ਇਸ ਦਾ ਕਿੰਨਾ ਖਰਚ ਸਾਡਾ ਹੋਣਾ ਹੈ। ਤੇ ਇਸੇ ਤਰ੍ਹਾਂ ਭਾਰਤੀ ਸਰਕਾਰ ਹੈ ਜਿਹੜੀ ਉਹ ਆਮ ਤੌਰ 'ਤੇ ਹਰ ਸਾਲ ਲੋਕ ਸਭਾ ਵਿੱਚ 28 ਫਰਵਰੀ ਨੂੰ ਆਪਣਾ ਬਜਟ ਹੈ ਜਿਹੜਾ ਉਹ ਪੇਸ਼ ਕਰਦੀ ਹੈ। ਠੀਕ ਹੈ ਬੇਟਾ, ਤਾਂ ਉਸ ਤੋਂ ਬਾਅਦ ਬਜਟ ਦੀਆਂ 3 ਕਿਸਮਾਂ ਹੁੰਦੀਆਂ ਨੇ, ਜਿਵੇਂ ਕਿ ਤੁਸੀਂ ਇਸ ਤਸਵੀਰ ਦੇ ਵਿੱਚ ਬੇਟਾ ਦੇਖ ਰਹੇ ਹੋ ਨਾ। ਤਾਂ ਸੰਤੁਲਿਤ ਬਜਟ, ਬਚਤ ਦਾ ਬਜਟ ਤੇ ਘਾਟੇ ਦਾ ਬਜਟ। ਤੇ ਇਹ 3 ਕਿਸਮਾਂ ਨੇ ਜਿਹੜੀਆਂ ਕਿ ਬਜਟ ਦੀਆਂ ਹੁੰਦੀਆਂ ਨੇ। ਤਾਂ ਨੰਬਰ 1 ਤੇ ਹੈ ਤੁਹਾਡਾ ਪਹਿਲਾ ਬੇਟਾ ਸੰਤੁਲਿਤ ਬਜਟ। ਤਾਂ ਸੰਤੁਲਿਤ ਬਜਟ ਉਹ ਬਜਟ ਹੁੰਦਾ ਹੈ ਜਿਸ ਵਿੱਚ ਸਰਕਾਰ ਦੀ ਆਮਦਨ ਅਤੇ ਖਰਚਾ ਜਿਹੜੀ ਉਹ ਬਰਾਬਰ ਹੁੰਦੀ ਹੈ, ਯਾਨੀ ਇਹਦੇ ਵਿੱਚ ਕੋਈ ਫਰਕ ਨਹੀਂ ਹੁੰਦਾ, ਜਿੰਨੀ ਆਮਦਨ ਉਨਾ ਹੀ ਖਰਚ। ਤੇ ਉਸ ਤੋਂ ਬਾਅਦ ਨੰਬਰ 2 ਤੇ ਹੈ ਬਚਤ ਦਾ ਬਜਟ। ਬਚਤ ਦਾ ਬਜਟ ਉਹ ਬਜਟ ਹੈ ਜਿਸ ਵਿੱਚ ਸਰਕਾਰ ਦੀ ਆਮਦਨ ਉਸਦੇ ਖਰਚਿਆਂ ਤੋਂ ਜ਼ਿਆਦਾ ਹੈ। ਠੀਕ ਹੈ ਬੇਟਾ। ਨੰਬਰ 3 ਤੇ ਹੈ ਘਾਟੇ ਦਾ ਬਜਟ। ਘਾਟੇ ਦਾ ਬਜਟ ਉਹ ਬਜਟ ਹੁੰਦਾ ਹੈ ਜਿਸ ਵਿੱਚ ਸਰਕਾਰ ਦਾ ਖਰਚ ਉਸਦੀ ਆਮਦਨ ਤੋਂ ਜ਼ਿਆਦਾ ਹੁੰਦਾ ਹੈ। ਠੀਕ ਹੈ ਬੇਟਾ। ਤਾਂ ਇਹ 3 ਸੀ ਜਿਹੜੀਆਂ ਬਜਟ ਦੀਆਂ ਕਿਸਮਾਂ ਤੀਆਂ। ਤੇ ਉਸ ਤੋਂ ਬਾਅਦ ਅੱਗੇ ਆਪਾਂ ਨੇ ਪੜ੍ਹਨਾ ਬੇਟਾ ਘਾਟੇ ਦੀ ਵਿੱਤ ਵਿਵਸਥਾ ਬਾਰੇ। ਤਾਂ ਘਾਟੇ ਦੀ ਵਿੱਤ ਵਿਵਸਥਾ ਕੀ ਹੁੰਦੀ ਹੈ? ਜਿਸ ਦੇ ਰਾਹੀਂ ਸਰਕਾਰ ਆਪਣੇ ਘਾਟੇ ਨੂੰ ਕੇਂਦਰੀ ਬੈਂਕ ਤੋਂ ਕਰਜ਼ਾ ਲੈ ਕੇ ਪੂਰਾ ਕਰਦੀ ਹੈ। ਯਾਨੀ ਕਿ ਜਿਹੜੀ ਇਹ ਸਰਕਾਰ ਹੁੰਦੀ ਹੈ ਇਹ ਜਾਣਬੁੱਝ ਕੇ ਸਰਵਜਨਕ ਆਮਦਨ ਤੇ ਖਰਚ ਵਿੱਚ ਫਰਕ ਜਾਂ ਬਜਟ ਵਿੱਚ ਘਾਟਾ ਜਿਹੜਾ ਉਹ ਪੈਦਾ ਕਰਦੀ ਹੈ। ਤੇ ਘਾਟੇ ਦੀ ਪੂਰਤੀ ਹੈ ਜਿਹੜੀ ਉਹ ਕਿਸੇ ਅਜਿਹੇ ਢੰਗ ਨਾਲ ਕਰਦੀ ਹੈ ਜਿਸ ਨਾਲ ਦੇਸ਼ ਵਿੱਚ ਮੁਦਰਾ ਦੀ ਮਾਤਰਾ ਵਧੇ ਤੇ ਇਸ ਨੂੰ ਘਾਟੇ ਦੀ ਵਿੱਤ ਵਿਵਸਥਾ ਕਹਿੰਦੇ ਹਨ। ਤਾਂ ਬੇਟਾ ਇਹ 3 ਤਰੀਕਿਆਂ ਨਾਲ ਜਿਹੜੀ ਇਹ ਆਪਣੀ ਘਾਟੇ ਦੀ ਵਿੱਤ ਵਿਵਸਥਾ ਨੂੰ ਪੂਰਾ ਕਰਦੀ ਹੈ। ਜਿਵੇਂ ਕਿ 3 ਵਿਧੀਆਂ ਯੂਜ਼ ਕਰਦੇ ਨੇ, ਜਿਵੇਂ ਕਿ ਪਹਿਲੇ ਨੰਬਰ 'ਤੇ ਹੈ ਸਰਕਾਰ ਵੱਲੋਂ ਆਪਣੇ ਘਾਟੇ ਨੂੰ ਪੂਰਾ ਕਰਨ ਲਈ ਕੇਂਦਰੀ ਬੈਂਕ ਤੋਂ ਕਰਜ਼ਾ ਲੈਣਾ, ਯਾਨੀ ਕਿ ਕੇਂਦਰੀ ਬੈਂਕ ਇਹ ਕਰਜ਼ਾ ਨਵੇਂ ਨੋਟ ਲਈ ਜਿਹੜੇ ਉਹ ਛਾਪ ਕੇ ਦਿੰਦਾ ਹੈ। ਨੰਬਰ 2 'ਤੇ ਸਰਕਾਰੀ ਖਜ਼ਾਨੇ ਵਿੱਚ ਪਈ ਹੋਈ ਨਕਦ ਜਮ੍ਹਾਂ ਕਰਵਾ ਕੇ ਘਾਟੇ ਨੂੰ ਪੂਰਾ ਕਰਨਾ। ਤੇ ਨੰਬਰ 3 'ਤੇ ਹੈ ਸਰਕਾਰ ਵੱਲੋਂ ਰਿਜ਼ਰਵ ਬੈਂਕ ਦੁਆਰਾ ਜਾਰੀ ਕੀਤੀ ਮਾਤਰਾ ਤੋਂ ਇਲਾਵਾ ਨਵੀਂ ਮੁੰਦਰਾ ਜਾਰੀ ਕਰਨਾ। ਠੀਕ ਹੈ ਬੇਟਾ। ਤਾਂ ਇਹਨਾਂ 3 ਤਰੀਕਿਆਂ ਨਾਲ ਦੇਸ਼ ਵਿੱਚ ਮੁੰਦਰਾ ਦੀ ਮਾਤਰਾ ਵਿੱਚ ਵਾਧਾ ਹੁੰਦਾ ਹੈ ਤੇ ਜਿਸ ਦੇ ਫਲਸਰੂਪ ਕੀਮਤਾਂ ਵਿੱਚ ਵਧਣ ਦੀ ਸੰਭਾਵਨਾ ਜਿਹੜੀ ਉਹ ਵੱਧ ਜਾਂਦੀ ਹੈ। ਤੇ ਭਾਰਤ ਵਿੱਚ ਘਾਟੇ ਦੀ ਵਿੱਤ ਵਿਵਸਥਾ ਦਾ ਵਧੇਰੇ ਹਿੱਸਾ ਹੈ ਜਿਹੜਾ ਉਹ ਰਿਜ਼ਰਵ ਬੈਂਕ ਤੋਂ ਰੁਪਇਆ ਉਧਾਰ ਲੈ ਕੇ ਪੂਰਾ ਕੀਤਾ ਜਾਂਦਾ ਹੈ। ਠੀਕ ਹੈ ਬੇਟਾ, ਸਮਝ ਗਏ ਨਾ। ਉਸ ਤੋਂ ਬਾਅਦ ਅੱਗੇ ਆਪਾਂ ਨੇ ਪੜ੍ਹਨਾ ਹੈ ਸਰਵਜਨਕ ਵਿੱਤ। ਤਾਂ ਜਿਸ ਭਾਗ ਵਿੱਚ ਸਰਕਾਰ ਦੀ ਆਮਦਨ ਅਤੇ ਖਰਚ ਸੰਬੰਧੀ ਸਮੱਸਿਆਵਾਂ ਦਾ ਅਧਿਐਨ ਕੀਤਾ ਜਾਂਦਾ ਹੈ ਤਾਂ ਉਸ ਨੂੰ ਕੀ ਕਹਿੰਦੇ ਹਾਂ? ਸਰਵਜਨਕ ਵਿੱਤ ਕਹਿੰਦੇ ਹਾਂ। ਠੀਕ ਹੈ ਬੇਟਾ। ਤਾਂ ਇਸ ਦੇ ਵਿੱਚ ਸਰਕਾਰ ਦੀ, ਜਿਵੇਂ ਕਿ ਸਰਕਾਰ ਦੀ ਆਮਦਨ ਦੇ ਨੇ ਜਿਹੜੇ ਉਹ ਸਾਧਨ ਹੁੰਦੇ ਨੇ। ਕਿਹੜੇ ਸਾਧਨ ਹੁੰਦੇ ਨੇ? ਜਿਨ੍ਹਾਂ ਰਾਹੀਂ ਸਰਕਾਰ ਆ ਜਿਹੜੀ ਉਹ ਆਪਣੀ ਆਮਦਨ ਜਿਹੜੀ ਹੈ ਵਸੂਲ ਕਰਦੀ ਹੈ। ਜਿਵੇਂ ਕਿ ਬੇਟਾ ਇਹ 2 ਤਰ੍ਹਾਂ ਦੇ ਹੁੰਦੇ ਨੇ ਸਾਧਨ ਸਰਕਾਰ ਦੀ ਆਮਦਨ ਦੇ। ਇੱਕ ਹੁੰਦਾ ਹੈ ਪ੍ਰਤੱਖ ਕਰ ਤੇ ਦੂਸਰੇ ਹੁੰਦੇ ਨੇ ਅਪਰਤੱਖ ਕਰ। ਤਾਂ ਪ੍ਰਤੱਖ ਕਰ ਉਹ ਕਰ ਹੁੰਦਾ ਹੈ ਜੋ ਕਿ ਉਸੇ ਵਿਅਕਤੀ ਦੁਆਰਾ ਪੂਰਨ ਰੂਪ ਵਿੱਚ ਦਿੱਤਾ ਜਾਂਦਾ ਹੈ ਜਿਸ ਉੱਪਰ ਕਰ ਹੈ ਜਿਹੜਾ ਉਹ ਲਗਾਇਆ ਜਾਂਦਾ ਹੈ। ਇਸ ਕਿਸਮ ਦੇ ਕਰ ਦਾ ਭਾਰ ਕਿਸੇ ਹੋਰ ਵਿਅਕਤੀ ਉੱਪਰ ਟਾਲਿਆ ਜਾਂ ਸੁੱਟਿਆ ਨਹੀਂ ਜਾਂਦਾ, ਪਰ ਜਿਸ ਵਿਅਕਤੀ ਦੇ ਉੱਪਰ ਹੀ ਇਹ ਟੈਕਸ ਲੱਗਦਾ ਹੈ ਤਾਂ ਉਸ ਨੂੰ ਹੀ ਇਹ ਜਿਹੜਾ ਟੈਕਸ ਹੈ ਕਰ ਹੈ ਦੇਣਾ ਪੈਂਦਾ ਹੈ। ਤੇ ਇਸੇ ਤਰ੍ਹਾਂ ਉਦਾਹਰਨ ਦੇ ਤੌਰ 'ਤੇ ਕਿਹੜੇ ਟੈਕਸ ਆ ਜਾਂਦੇ ਨੇ ਇਹਦੇ ਵਿੱਚ? ਜਿਵੇਂ ਕਿ ਆਮਦਨ ਕਰ, ਉਪਹਾਰ ਕਰ, ਨਿਗਮ ਕਰ, ਸੰਪੱਤੀ ਕਰ ਆਦਿ ਜਿਹੜੇ ਨੇ ਇਹ ਪ੍ਰਤੱਖ ਕਰ ਦੇ ਵਿੱਚ ਆਉਂਦੇ ਹਨ। ਨੰਬਰ 2 'ਤੇ ਹੈ ਬੇਟਾ ਇਸ ਦੀ ਕਿਸਮ ਅਪਰਤੱਖ ਕਰ। ਅਪਰਤੱਖ ਕਰ ਉਹ ਕਰ ਹੁੰਦੇ ਹਨ ਜਿਨ੍ਹਾਂ ਨੂੰ ਇੱਕ ਵਿਅਕਤੀ ਉੱਪਰ ਲਗਾਇਆ ਜਾਂਦਾ ਹੈ ਪਰ ਅੰਸ਼ਿਕ ਜਾਂ ਸੰਪੂਰਨ ਰੂਪ ਵਿੱਚ ਦੂਜੇ ਵਿਅਕਤੀ ਦੁਆਰਾ ਸਹਿਨ ਕੀਤਾ ਜਾਂਦਾ ਹੈ। ਠੀਕ ਹੈ ਬੇਟਾ। ਯਾਨੀ ਕਿ ਅਪਰਤੱਖ ਕਰ ਉਹ ਕਰ ਹਨ ਜੋ ਲਗਾਏ ਤਾਂ ਕਿਸੇ ਇੱਕ ਵਿਅਕਤੀ ਉੱਤੇ ਜਾਂਦੇ ਨੇ ਪਰ ਇਸ ਦਾ ਜਿਹੜਾ ਭੁਗਤਾਨ ਹੈ ਯਾਨੀ ਕਿਸੇ ਦੂਸਰੇ ਵਿਅਕਤੀ ਨੂੰ ਕਰਨਾ ਪੈਂਦਾ ਹੈ।
ਤੇ ਇਸ ਦੇ ਵਿੱਚ ਕਿਹੜੇ ਆ ਜਾਂਦੇ ਨੇ ਕਰ? ਵਿਕਰੀ ਕਰ, ਉਤਪਾਦਕ ਕਰ, ਮਨੋਰੰਜਨ ਕਰ, ਆਯਾਤ ਤੇ ਨਿਰਯਾਤ ਕਰ। ਠੀਕ ਹੈ ਬੇਟਾ, ਸਮਝ ਗਏ ਨਾ? ਤਾਂ ਇਹ ਕਰ ਨੇ ਜਿਹੜੇ, ਇਹ ਦੋ ਤਰ੍ਹਾਂ ਦੇ ਜਿਹੜੇ ਸਰਕਾਰ ਦੀ ਆਮਦਨ ਦੇ ਨੇ ਇਹ ਸਾਧਨ ਹੁੰਦੇ ਹਨ। ਤਾਂ ਉਸ ਤੋਂ ਬਾਅਦ ਅੱਗੇ ਆਪਾਂ ਨੇ ਪੜ੍ਹਨਾ ਬੇਟਾ ਗਰੀਬੀ ਰੇਖਾ ਬਾਰੇ। ਤਾਂ ਗਰੀਬੀ ਰੇਖਾ ਕੀ ਹੁੰਦੀ ਹੈ ਬੇਟਾ? ਉਹ ਧਨ ਤੋਂ ਹੈ ਜੋ ਇੱਕ ਵਿਅਕਤੀ ਨੂੰ ਪ੍ਰਤੀ ਮਹੀਨੇ ਘੱਟੋ ਘੱਟ ਉਪਭੋਗ ਕਰਨ ਲਈ ਜ਼ਰੂਰੀ ਹੁੰਦੀ ਹੈ। ਠੀਕ ਹੈ ਬੇਟਾ, ਜਿਵੇਂ ਕਿ ਗਰੀਬੀ ਰੇਖਾ ਦੀ ਧਾਰਨਾ ਕਿਸੇ ਦੇਸ਼ ਵਿੱਚ ਗਰੀਬੀ ਨੂੰ ਮਾਪਣ ਦਾ ਇੱਕ ਉਪਾਅ ਹੁੰਦਾ ਹੈ। ਗਰੀਬੀ ਰੇਖਾ ਤੋਂ ਹੇਠਾਂ ਜਿੰਨੇ ਵਿਅਕਤੀ ਹੁੰਦੇ ਹਨ, ਯਾਨੀ ਜਿੰਨੇ ਵਿਅਕਤੀ ਆਉਂਦੇ ਨੇ ਤਾਂ ਉਹਨਾਂ ਨੂੰ ਆਪਾਂ ਕੀ ਕਿਹਾ ਜਾਂਦਾ ਹੈ? ਗਰੀਬ ਮੰਨਦੇ ਹਾਂ। ਤੇ ਗਰੀਬੀ ਰੇਖਾ ਤੋਂ ਭਾਵ ਉਸ ਰਕਮ ਤੋਂ ਹੈ ਜੋ ਇੱਕ ਵਿਅਕਤੀ ਲਈ ਪ੍ਰਤੀ ਮਹੀਨਾ ਘੱਟ ਤੋਂ ਘੱਟ ਉਪਭੋਗ ਕਰਨ ਲਈ ਜ਼ਰੂਰੀ ਹੁੰਦਾ ਹੈ। ਜੋ ਇੱਕ ਵਿਅਕਤੀ ਦੇ ਜਿਉਂਦੇ ਰਹਿਣ ਲਈ ਪ੍ਰਤੀ ਮਹੀਨਾ ਆਪਣੀਆਂ ਘੱਟ ਤੋਂ ਘੱਟ ਲੋੜਾਂ, ਹੁਣ ਲੋੜਾਂ ਕਿਹੜੀਆਂ ਹੁੰਦੀਆਂ ਨੇ? ਜਿਵੇਂ ਕਿ ਮਨੁੱਖ ਦੀਆਂ ਲੋੜਾਂ ਨੇ ਜਿਨ੍ਹਾਂ ਤੋਂ ਬਗੈਰ ਮਨੁੱਖ ਹੈ ਜਿਹੜਾ ਜਿਉਂਦਾ ਨਹੀਂ ਰਹਿ ਸਕਦਾ, ਜਿਵੇਂ ਕਿ ਭੋਜਨ, ਕੱਪੜਾ, ਮਕਾਨ, ਸਿੱਖਿਆ ਤੇ ਸਿਹਤ ਆਦਿ ਨੂੰ ਪੂਰਾ ਕਰਨ ਲਈ ਜ਼ਰੂਰੀ ਹੁੰਦਾ ਹੈ। ਇਹ ਮਨੁੱਖੀ ਲੋੜਾਂ ਦੇ ਪੂਰਾ ਨਾ ਹੋਣ ਦੇ ਕਾਰਨ ਮਨੁੱਖ ਨੂੰ ਕੀ ਹੋ ਜਾਂਦਾ ਬੇਟਾ? ਉਹ ਕਸ਼ਟ ਸਹਿਣਾ ਪੈਂਦਾ ਹੈ। ਤਾਂ ਉਸਦੀ ਸਿਹਤ ਹੈ ਜਿਹੜੀ, ਕਾਰਜਕੁਸ਼ਲਤਾ ਹੈ, ਉਸ ਨੂੰ ਹਾਨੀ ਹੁੰਦੀ ਹੈ। ਤੇ ਜਿਸ ਦੇ ਸਿੱਟੇ ਵਜੋਂ ਉਤਪਾਦਨ ਵਿੱਚ ਵਾਧਾ ਕਰਨਾ ਜਾਂ ਭਵਿੱਖ ਵਿੱਚ ਗਰੀਬੀ ਤੋਂ ਛੁਟਕਾਰਾ ਪਾਉਣਾ ਕੀ ਹੋ ਜਾਂਦਾ ਹੈ? ਔਖਾ ਹੋ ਜਾਂਦਾ ਹੈ, ਯਾਨੀ ਕਿ ਮੁਸ਼ਕਿਲ ਹੋ ਜਾਂਦਾ ਹੈ। ਤਾਂ ਉਸ ਨੂੰ ਆਪਾਂ ਕੀ ਕਹਿੰਦੇ ਹਾਂ? ਗਰੀਬੀ ਰੇਖਾ ਕਹਿੰਦੇ ਹਾਂ। ਜਿਵੇਂ ਕਿ ਬੇਟਾ ਇਹ ਤਸਵੀਰ ਦੇ ਵਿੱਚ ਇੱਕ ਚਾਰਟ ਬਣਿਆ ਹੋਇਆ, ਤਾਂ ਇਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਨਾ ਕਿ ਗਰੀਬੀ ਰੇਖਾ ਕਿਹੜੇ ਸੰਨ ਦੇ ਵਿੱਚ ਕਿਵੇਂ ਗਰੀਬੀ ਰੇਖਾ ਜਿਹੜੀ ਉਹ ਦਿਖਾਈ ਗਈ ਹੈ। ਠੀਕ ਹੈ ਬੇਟਾ, ਤਾਂ ਉਸ ਤੋਂ ਬਾਅਦ ਆਪਾਂ ਨੇ ਅੱਗੇ ਪੜ੍ਹਨਾ ਹੈ ਭੁਗਤਾਨ ਸੰਤੁਲਨ। ਤਾਂ ਭੁਗਤਾਨ ਸੰਤੁਲਨ ਕੀ ਹੁੰਦਾ? ਜਿਵੇਂ ਕਿ ਬੇਟਾ ਇੱਕ ਦੇਸ਼ ਦੀ ਦੁਨੀਆ ਦੇ ਦੂਜੇ ਦੇਸ਼ ਨਾਲ ਇੱਕ ਸਾਲ ਵਿੱਚ ਜੋ ਲੈਣਦਾਰੀ ਤੇ ਜੋ ਦੇਣਦਾਰੀ ਹੁੰਦੀ ਹੈ, ਉਸਦੇ ਲੇਖੇ ਨੂੰ ਆਪਾਂ ਕੀ ਕਹਿੰਦੇ ਹਾਂ? ਭੁਗਤਾਨ ਸੰਤੁਲਨ ਕਿਹਾ ਜਾਂਦਾ ਹੈ। ਭਾਵ ਕੀ ਹੈ ਵੀ ਇੱਕ ਦੇਸ਼ ਜਿਹੜਾ ਦੂਜੇ ਦੇਸ਼ ਤੋਂ ਜੋ ਵਸਤਾਂ ਤੇ ਸੇਵਾਵਾਂ ਜਿਹੜਾ ਮੰਗਵਾਉਂਦਾ ਹੈ ਤੇ ਉਸਨੂੰ ਆਯਾਤ ਕਿਹਾ ਜਾਂਦਾ ਹੈ। ਯਾਨੀ ਕਿ ਜਿਹੜੀਆਂ ਚੀਜ਼ਾਂ ਨੇ ਆਪਾਂ ਦੂਜੇ ਦੇਸ਼ਾਂ ਤੋਂ ਜਿਹੜੀਆਂ ਮੰਗਵਾਉਂਦੇ ਹਾਂ ਤਾਂ ਆਪਾਂ ਉਹਨਾਂ ਨੂੰ ਕੀ ਕਹਿੰਦੇ ਹਾਂ? ਆਯਾਤ ਕਹਿੰਦੇ ਹਾਂ। ਠੀਕ ਹੈ ਬੇਟਾ, ਤਾਂ ਇਸੇ ਤਰ੍ਹਾਂ ਜੋ ਵਸਤਾਂ ਤੇ ਸੇਵਾਵਾਂ ਆਪਾਂ ਭੇਜਦੇ ਹਾਂ ਤਾਂ ਉਸਨੂੰ ਆਪਾਂ ਕੀ ਕਹਿੰਦੇ ਹਾਂ? ਨਿਰਯਾਤ ਕਹਿੰਦੇ ਹਾਂ। ਤਾਂ ਇਸੇ ਤਰ੍ਹਾਂ ਜੋ ਇਹ ਲੈਣਦਾਰੀ ਤੇ ਦੇਣਦਾਰੀ ਹੁੰਦੀ ਰਹਿੰਦੀ ਹੈ ਤਾਂ ਉਸਦੇ ਲੇਖੇ ਨੂੰ ਆਪਾਂ ਕੀ ਕਹਿੰਦੇ ਹਾਂ? ਭੁਗਤਾਨ ਸੰਤੁਲਨ ਕਹਿੰਦੇ ਹਾਂ। ਯਾਨੀ ਲੈਣ ਦੇਣ ਜਿਹੜਾ ਦੂਜੇ ਦੇਸ਼ਾਂ ਨਾਲ ਆਪਣਾ ਚੱਲਦਾ ਰਹਿੰਦਾ ਹੈ ਤਾਂ ਉਸਦੇ ਲੈਣ ਦੇਣ ਦੇ ਬਦਲੇ ਆਪਾਂ ਨੂੰ ਕੁਝ ਨਾ ਕੁਝ ਉਹਨਾਂ ਨੂੰ ਭੁਗਤਾਨ ਰੁਪਇਆ ਪੈਸਾ ਦੇਣਾ ਵੀ ਪੈਂਦਾ ਹੈ, ਆਪਾਂ ਲੈਂਦੇ ਵੀ ਹੈ। ਤਾਂ ਉਸਨੂੰ ਕੀ ਕਹਿੰਦੇ ਹਾਂ? ਉਸ ਲੇਖੇ ਨੂੰ ਕੀ ਕਹਿੰਦੇ ਹਾਂ? ਭੁਗਤਾਨ ਸੰਤੁਲਨ ਕਹਿੰਦੇ ਹਾਂ। ਠੀਕ ਹੈ ਬੇਟਾ, ਤਾਂ ਇਸੇ ਤਰ੍ਹਾਂ ਅੱਗੇ ਆਪਾਂ ਨੇ ਪੜ੍ਹਨਾ ਹੈ ਰਾਜਕੋਸ਼ੀ ਨੀਤੀ ਬਾਰੇ। ਤਾਂ ਬੇਟਾ ਰਾਜਕੋਸ਼ੀ ਨੀਤੀ ਹੈ ਜਿਹੜੀ ਉਹ ਕੀ ਹੁੰਦੀ ਹੈ ਕਿ ਰਾਜਕੋਸ਼ੀ ਨੀਤੀ ਸਰਕਾਰ ਦੀ ਆਮਦਨ ਅਤੇ ਖਰਚਿਆਂ ਸੰਬੰਧੀ ਨੀਤੀ ਨੂੰ ਰਾਜਕੋਸ਼ੀ ਨੀਤੀ ਹੈ ਜਿਹੜੀ ਉਹ ਕਿਹਾ ਜਾਂਦਾ ਹੈ। ਠੀਕ ਹੈ ਬੇਟਾ, ਤਾਂ ਰਾਜਕੋਸ਼ੀ ਨੀਤੀ ਦੀਆਂ ਵਿਧੀਆਂ ਕਿਹੜੀਆਂ ਨੇ? ਸਰਵਜਨਕ ਆਮਦਨ ਆ ਜਾਂਦੀ ਹੈ ਇਹਦੇ ਵਿੱਚ ਤੇ ਸਰਵਜਨਕ ਖਰਚੇ ਆ ਜਾਂਦੇ ਨੇ। ਹੁਣ ਜਿਹੜਾ ਬੇਟਾ ਜਿਵੇਂ ਕਿ ਇਹ ਤਸਵੀਰ ਦੇ ਵਿੱਚ ਤੁਹਾਨੂੰ ਇਹ ਮਾਈਂਡ ਮੈਪ ਜਿਹੜਾ ਦਿਖਾਇਆ ਗਿਆ ਹੈ ਨਾ, ਰਾਜਕੋਸ਼ੀ ਨੀਤੀ ਦੀਆਂ ਵਿਧੀਆਂ ਦੱਸੀਆਂ ਗਈਆਂ ਨੇ। ਦੋ ਵਿਧੀਆਂ ਨੇ, ਜਿਵੇਂ ਕਿ ਸਰਵਜਨਕ ਆਮਦਨ ਤੇ ਇੱਕ ਸਰਵਜਨਕ ਖਰਚੇ। ਪਹਿਲੇ ਨੰਬਰ 'ਤੇ ਸਰਵਜਨਕ ਆਮਦਨ ਹੈ ਤਾਂ ਉਹਦੇ ਵਿੱਚ ਇੱਕ ਕੀ ਆ ਜਾਂਦਾ ਹੈ? ਕਰ ਆ ਜਾਂਦੇ ਨੇ। ਜਿਵੇਂ ਕਿ ਬੇਟਾ ਆਪਾਂ ਪਹਿਲਾਂ ਕਰਾਂ ਬਾਰੇ ਟੈਕਸਿਸ ਯਾਨੀ ਜਿਨ੍ਹਾਂ ਨੂੰ ਆਪਾਂ ਟੈਕਸ ਕਹਿੰਦੇ ਹਾਂ ਆਪਾਂ ਪੜ੍ਹ ਚੁੱਕੇ ਹਾਂ ਨਾ ਪਹਿਲਾਂ ਕਿ ਪ੍ਰਤੱਖ ਕਰ ਤੇ ਅਪਰਤੱਖ ਕਰ ਬਾਰੇ, ਤਾਂ ਉਹ ਆ ਜਾਂਦੇ ਨੇ ਇਹਦੇ ਵਿੱਚ ਕਰ। ਤੇ ਉਸੇ ਤਰ੍ਹਾਂ ਅੱਗੇ ਹੈ ਸਰਵਜਨਕ ਕਰਜ਼ੇ। ਠੀਕ ਹੈ ਬੇਟਾ, ਸਰਵਜਨਕ ਕਰਜ਼ੇ ਉਹ ਹੁੰਦੇ ਨੇ ਜਿਵੇਂ ਕਿ ਸਰਕਾਰ ਜਨਤਾ ਕੋਲੋਂ ਕਰਜ਼ਿਆਂ ਦੇ ਰੂਪ ਵਿੱਚ ਜੋ ਰਕਮ ਹੈ ਜਿਹੜੀ ਇਕੱਠੀ ਕਰਦੀ ਹੈ ਤਾਂ ਉਸ ਨੂੰ ਆਪਾਂ ਸਰਵਜਨਕ ਕਰਜ਼ੇ ਕਹਿੰਦੇ ਹਾਂ। ਤਾਂ ਨੰਬਰ 3 'ਤੇ ਹੈ ਘਾਟੇ ਦੀ ਵਿੱਤ ਵਿਵਸਥਾ। ਤਾਂ ਘਾਟੇ ਦੀ ਵਿੱਤ ਵਿਵਸਥਾ ਉਹ ਵਿਧੀ ਹੁੰਦੀ ਹੈ ਜਿਸ ਰਾਹੀਂ ਸਰਕਾਰ ਆਪਣੇ ਘਾਟੇ ਨੂੰ ਕੇਂਦਰੀ ਬੈਂਕ ਤੋਂ ਕਰਜ਼ਾ ਲੈ ਕੇ ਪੂਰਾ ਕਰਦੀ ਹੈ। ਠੀਕ ਹੈ ਬੇਟਾ, ਤਾਂ ਇਸ ਬਾਰੇ ਵੀ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ। ਠੀਕ ਹੈ ਬੇਟਾ, ਤਾਂ ਉਸ ਤੋਂ ਬਾਅਦ ਨੰਬਰ 2 'ਤੇ ਹੈ ਸਰਵਜਨਕ ਖਰਚੇ। ਤਾਂ ਸਰਵਜਨਕ ਖਰਚੇ ਕੀ ਹੁੰਦੇ ਨੇ? ਜਿਵੇਂ ਕਿ ਸਰਕਾਰ ਦੁਆਰਾ ਜਿਹੜੇ ਖਰਚੇ ਨੇ ਉਹ ਕੀਤੇ ਜਾਂਦੇ ਨੇ ਤਾਂ ਉਹਨਾਂ ਨੂੰ ਆਪਾਂ ਸਰਵਜਨਕ ਖਰਚੇ ਕਹਿੰਦੇ ਹਾਂ। ਠੀਕ ਹੈ ਬੇਟਾ, ਇਹ ਜਿਵੇਂ ਕਿ ਅੱਗੇ 4 ਪ੍ਰਕਾਰ ਦੇ ਹੁੰਦੇ ਨੇ। ਪਹਿਲੇ ਨੰਬਰ 'ਤੇ ਹੈ ਸਰਵਜਨਕ ਕੰਮ, ਜਿਵੇਂ ਕਿ ਸੜਕਾਂ, ਡੈਮ, ਪੁਲ ਆਦਿ ਉੱਤੇ ਕੀਤੇ ਜਾਣ ਵਾਲੇ ਖਰਚੇ, ਯਾਨੀ ਕਿ ਜਿਹੜੇ ਸਰਕਾਰ ਵੱਲੋਂ ਕੋਈ ਸੜਕਾਂ ਬਣਵਾਈਆਂ ਜਾਂਦੀਆਂ ਨੇ, ਡੈਮ, ਪੁਲ ਬਣਵਾਏ ਜਾਂਦੇ ਨੇ, ਜਿਹੜਾ ਉਹਨਾਂ ਦੇ ਉੱਪਰ ਖਰਚ ਕੀਤਾ ਜਾਂਦਾ ਹੈ। ਠੀਕ ਹੈ, ਉਹ ਸਰਵਜਨਕ ਖਰਚੇ।
ਠੀਕ ਹੈ ਬੇਟਾ। ਉਸ ਨੰਬਰ 2 ਤੇ ਹੈ ਸਰਜਨਕ ਕਲਿਆਣ ਦੇ ਖਰਚੇ, ਜਿਵੇਂ ਕਿ ਸਿੱਖਿਆ, ਜਨ ਸਿਹਤ ਅਤੇ ਆਦਿ ਉੱਤੇ ਕੀਤੇ ਜਾਣ ਵਾਲੇ ਖਰਚੇ, ਜਿਵੇਂ ਕੋਈ ਸਿੱਖਿਆ ਸਕੂਲ ਵਗੈਰਾ ਖੁਲਵਾਉਣੇ, ਹੌਸਪੀਟਲ ਵਗੈਰਾ ਬਣਵਾਉਣੇ, ਤੇ ਇਹਨਾਂ ਦੇ ਉੱਪਰ ਜੋ ਸਰਕਾਰ ਖਰਚ ਕਰਦੀ ਹੈ, ਯਾਨੀ ਸਾਰਿਆਂ ਦੇ ਕਲਿਆਣ ਦਾ ਜਿਹੜਾ ਕੰਮ ਕਰਦੀ ਹੈ, ਉਹਦੇ ਖਰਚੇ ਹੁੰਦੇ ਨੇ। ਠੀਕ ਹੈ ਬੇਟਾ। ਨੰਬਰ 3 ਹੈ ਦੇਸ਼ ਦੀ ਸੁਰੱਖਿਆ ਤੇ ਕਾਨੂੰਨੀ ਵਿਵਸਥਾ, ਜਿਵੇਂ ਕਿ ਪੁਲਿਸ, ਜੇਲਾਂ ਆਦਿ ਉੱਪਰ ਕੀਤੇ ਗਏ ਖਰਚੇ। ਠੀਕ ਹੈ ਬੇਟਾ। ਉਸ ਤੋਂ ਬਾਅਦ ਨੰਬਰ 4 ਤੇ ਆ ਜਾਂਦਾ ਉਤਪਾਦਕਾਂ ਨੂੰ ਉਤਪਾਦਨ ਤੇ ਨਿਰਯਾਤ ਵਧਾਉਣ ਲਈ ਦਿੱਤੀ ਜਾਣ ਵਾਲੀ ਆਰਥਿਕ ਸਹਾਇਤਾ। ਠੀਕ ਹੈ ਬੇਟਾ। ਤਾਂ ਜਿਵੇਂ ਕਿ ਲੋਕਾਂ ਨੂੰ ਹਸਤਾਂਤਰਨ ਭੁਗਤਾਨ ਕਰਨ ਲਈ ਕੀਤੇ ਜਾਂਦੇ ਖਰਚੇ ਆਦਿ, ਤੇ ਇਸ ਤਰ੍ਹਾਂ ਜਿਹੜੇ ਇਹ ਨੇ ਸਰਕਾਰੀ ਸਰਜਨਕ ਖਰਚੇ ਅਤੇ ਆਮਦਨ ਵਿੱਚ ਪਰਿਵਰਤਨ ਕਰਕੇ ਮੰਦੀ ਤੇ ਤੇਜ਼ੀ ਨੂੰ ਨਿਯਮਿਤ ਕਰ ਸਕਦੀ ਹੈ। ਠੀਕ ਹੈ ਬੇਟਾ। ਤਾਂ ਇਹ ਜਿਹੜਾ ਬੇਟਾ ਚੈਪਟਰ ਸੀ ਇਹ ਇੱਥੇ ਅੱਜ ਸਮਾਪਤ ਹੋ ਗਿਆ, ਤੇ ਇਸ ਬਾਰੇ ਆਪਾਂ ਨੇ ਅੱਛੇ ਤਰੀਕੇ ਨਾਲ ਜਿਹੜਾ ਉਹ ਪੜ੍ਹਿਆ ਵੀ ਹੈ, ਤੇ ਉਮੀਦ ਹੈ ਕਿ ਤੁਹਾਨੂੰ ਸਮਝਿਆ ਵੀ ਹੋਵੇਗਾ। ਠੀਕ ਹੈ ਬੇਟਾ। ਥੈਂਕ ਯੂ।